ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਅਰ ਬੈਂਕਰ ਫਰੈਂਡ ਤੇ। ਦੋਸਤੋ ਅੱਜ ਦੇ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਫਲੈਕਸੀ ਸੇਵਿੰਗਸ ਡਿਪੋਜ਼ਿਟ ਸਕੀਮ ਬਾਰੇ। ਕੀ ਹੈ ਪੂਰੀ ਸਕੀਮ, ਆਓ ਸਮਝਦੇ ਹਾਂ ਇਸ ਨੂੰ ਡਿਟੇਲ ਦੇ ਵਿੱਚ। ਤੁਹਾਡਾ ਜਿਹੜਾ ਨਾਰਮਲ ਸੇਵਿੰਗ ਖੁੱਲਾ ਖਾਤਾ ਹੁੰਦਾ ਹੈ ਉਸ ਵਿੱਚ ਕਈ ਵਾਰ ਲੱਖਾਂ ਰੁਪਏ ਪਏ ਹੁੰਦੇ ਆ, ਪਰ ਉਸ ਤੇ ਤੁਹਾਨੂੰ ਸਿਰਫ ਵਿਆਜ ਮਿਲਦਾ ਜਿਹੜਾ 2.80% ਸਾਲਾਨਾ। ਤਾਂ ਇਸੇ ਖਾਤੇ ਨੂੰ ਤੁਸੀਂ ਫਲੈਕਸੀ ਸਕੀਮ ਦੇ ਵਿੱਚ ਬਦਲ ਕੇ ਉਸੇ ਖਾਤੇ ਉੱਤੇ ਪਾ ਸਕਦੇ ਹੋ 4.75% ਤੋਂ ਲੈ ਕੇ 6.10% ਤੱਕ ਸਾਲਾਨਾ ਵਿਆਜ। ਫਲੈਕਸੀ ਸਕੀਮ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਸੇਵਿੰਗ ਖਾਤੇ ਵਿੱਚ ਜਿਹੜੀ ਰਕਮ ਪਈ ਹੈ ਉਹਦੀ ਆਪਣੇ ਆਪ 46 ਤੋਂ ਲੈ ਕੇ 180 ਦਿਨ ਤੱਕ ਦੀ ਐਫਡੀ ਬਣ ਜਾਂਦੀ ਹੈ। ਜਿਹੜੀ ਇਹ ਆਪਣੇ ਆਪ 46 ਦਿਨ ਤੇ ਸੈੱਟ ਹੁੰਦੀ ਹੈ, ਤੁਸੀਂ ਰਿਕੁਐਸਟ ਕਰਕੇ 46 ਤੋਂ ਲੈ ਕੇ 180 ਦਿਨ ਦੇ ਵਿੱਚ ਕੋਈ ਵੀ ਦਿਨਾਂ ਦੀ ਆਪਣੇ ਲਈ ਸਕੀਮ ਜਿਹੜੀ ਉਹ ਸੈੱਟ ਕਰ ਸਕਦੇ ਹੋ। ਉਹਨੇ ਦਿਨਾਂ ਦੀ ਐਫਡੀ ਆਟੋਮੈਟਿਕ ਹੀ ਤੁਹਾਡੇ ਖਾਤੇ ਵਿੱਚੋਂ ਬਣ ਜਾਣੀ ਹੈ। ਇਹ ਫਲੈਕਸੀ ਸਕੀਮ ਤੁਸੀਂ ਜਿੰਨੇ ਦਿਨਾਂ ਲਈ ਚੁਣੋਗੇ ਉਹਨੇ ਦਿਨ ਲਈ ਜਿਹੜੀ ਐਫਡੀ ਹੈ ਉਹ ਫਿਰ ਤੋਂ ਨਵੀਂ ਹੋ ਜਾਣੀ ਹੈ ਅਗਰ ਤੁਸੀਂ ਪੈਸੇ ਨਹੀਂ ਕਢਵਾਉਂਦੇ। ਮੰਨ ਲਓ ਤੁਸੀਂ ਫਾਰਮ ਭਰਦੇ ਸਮੇਂ ਬੈਂਕ ਨੂੰ ਇਹ ਦੱਸਿਆ ਕਿ ਜਿਹੜੀ ਸਾਡੇ ਖਾਤੇ ਵਿੱਚ ਰਕਮ ਬਣੀ ਹੈ ਉਸ ਦੀ 90 ਦਿਨ ਦੀ ਜਿਹੜੀ ਹੈ ਆਟੋਮੈਟਿਕ ਫਲੈਕਸੀ ਐਫਡੀ ਬਣ ਜਾ ਕਰੇ। ਤਾਂ ਜਿਹੜੀ ਤੁਹਾਡੇ ਖਾਤੇ ਵਿੱਚ 50,000 ਤੋਂ ਉੱਪਰ ਰਕਮ ਰਹੂਗੀ ਉਹਦੀ ਆਟੋਮੈਟਿਕ 90 ਦਿਨ ਦੀ ਐਫਡੀ ਬਣ ਜਾਣੀ ਹੈ। ਅਗਰ 90 ਦਿਨਾਂ ਬਾਅਦ ਉਹ ਤੁਹਾਡੀ ਐਫਡੀ ਜਿਹੜੀ ਬੰਦ ਨਹੀਂ ਹੁੰਦੀ, ਯਾਨੀ ਤੁਹਾਨੂੰ ਉਸ ਪੈਸੇ ਦੀ ਲੋੜ ਨਹੀਂ ਪੈਂਦੀ, तो एफडी 90 दिनों ਲਈ ਆਟੋਮੈਟਿਕ ਹੀ ਅੱਗੇ ਹੋ ਜਾਣੀ ਹੈ, ਯਾਨੀ ਰੀਨਿਊ ਹੋ ਜਾਣੀ। ਇਸ ਲਈ ਤੁਹਾਨੂੰ ਕੋਈ ਖਾਸ ਕਾਗਜ਼ੀ ਕਾਰਵਾਈ ਦੀ ਜ਼ਰੂਰਤ ਨਹੀਂ ਹੈ, ਕੋਈ ਆਧਾਰ ਕਾਰਡ ਪੈਨ ਕਾਰਡ ਕੁਝ ਆਪਣੇ ਨਾਲ ਨਹੀਂ ਲੈ ਕੇ ਜਾਣਾ। ਤੁਸੀਂ ਸਿਰਫ ਆਪਣੇ ਬੈਂਕ ਜਾ ਕੇ ਬੈਂਕ ਅਧਿਕਾਰੀਆਂ ਨੂੰ ਇਹ ਕਹਿਣਾ ਹੈ ਕਿ ਅਸੀਂ ਆਪਣੇ ਜਿਹੜਾ ਸੇਵਿੰਗ ਖਾਤਾ ਹੈ ਇਸ ਨੂੰ ਫਲੈਕਸੀ ਖਾਤੇ ਵਿੱਚ ਬਦਲਣਾ ਚਾਹੁੰਦੇ ਹਾਂ। ਉਹ ਤੁਹਾਨੂੰ ਇੱਕ ਫਾਰਮ ਦੇਣਗੇ, ਉਹ ਫਾਰਮ ਭਰ ਕੇ, ਇੱਕ ਪੇਜ ਦਾ ਫਾਰਮ ਹੁੰਦਾ ਸਿੰਪਲ, ਉਹ ਫਾਰਮ ਭਰ ਕੇ ਤੁਹਾਡਾ ਜਿਹੜਾ ਖਾਤਾ ਹੈ ਉਹ ਫਲੈਕਸੀ ਸੇਵਿੰਗ ਖਾਤੇ ਵਿੱਚ ਬਦਲ ਜਾਏਗਾ। ਤੁਹਾਡੇ ਖਾਤੇ ਦਾ ਖਾਤਾ ਨੰਬਰ ਵੀ ਉਹੀ ਰਹਿਣਾ ਹੈ। ਤੁਹਾਨੂੰ ਤੁਹਾਡੇ ਜਿਹੜੇ ਡੇਲੀ ਤੁਸੀਂ ਲੈਣ ਦੇਣ ਕਰਦੇ ਆ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ। ਤੁਸੀਂ ਏਟੀਐਮ ਤੋਂ ਪੈਸੇ ਕਢਾਉਣੇ ਆ, ਚੈੱਕਬੁੱਕ ਨਾਲ ਪੈਸੇ ਕਢਾਉਣੇ ਆ, ਉਸ ਵਿੱਚ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਆਏਗੀ। ਤੁਸੀਂ ਪਹਿਲਾਂ ਦੀ ਤਰ੍ਹਾਂ ਆਪਣਾ ਖਾਤਾ ਨਾਰਮਲ ਤਰੀਕੇ ਨਾਲ ਚਲਾ ਸਕਦੇ ਹੋ। ਇਸ ਦੀਆਂ ਕੁਝ ਸ਼ਰਤਾਂ ਆਓ ਦੇਖਦੇ ਹਾਂ ਉਹ ਕੀ ਸ਼ਰਤਾਂ। ਪਹਿਲੀ ਤੇ ਸਭ ਤੋਂ ਜ਼ਰੂਰੀ ਸ਼ਰਤ ਜਿਹੜੀ ਹੈਗੀ ਹੈ, ਜਦੋਂ ਤੁਸੀਂ ਆਪਣਾ ਸੇਵਿੰਗ ਖਾਤਾ ਫਲੈਕਸੀ ਖਾਤੇ ਵਿੱਚ ਬਦਲ ਲਿਆ ਤੁਹਾਨੂੰ ਉਸ ਵਿੱਚ 25,000 ਰੁਪਏ ਬੈਲੈਂਸ ਘੱਟੋ ਘੱਟ ਰੱਖਣਾ ਜ਼ਰੂਰੀ ਹੈ। ਇਹ ਸਕੀਮ ਦੀ ਸਭ ਤੋਂ ਜ਼ਰੂਰੀ ਸ਼ਰਤ ਹੈ। ਤੁਹਾਡੀ ਫਲੈਕਸੀ ਐਫਡੀ ਬਣਦੀ ਹੈ ਨਹੀਂ ਬਣਦੀ ਉਹਦੇ ਨਾਲ ਮਤਲਬ ਨਹੀਂ ਹੈ, 25,000 ਰੁਪਏ ਤੁਸੀਂ ਬੈਲੈਂਸ ਰੱਖਣਾ ਹੀ ਹੈ ਜਦੋਂ ਤੁਸੀਂ ਫਲੈਕਸੀ ਸੇਵਿੰਗ ਸਕੀਮ ਦੇ ਵਿੱਚ ਆਪਣੇ ਖਾਤੇ ਨੂੰ ਬਦਲ ਲਿਆ ਹੈ। ਉਸ ਤੋਂ ਬਾਅਦ ਜਿਵੇਂ ਹੀ ਤੁਹਾਡੇ ਖਾਤੇ ਦਾ ਬੈਲੈਂਸ 50,000 ਤੋਂ ਉੱਪਰ ਜਾਏਗਾ ਤਾਂ 5,000 ਜਾਂ ਉਸ ਦੇ ਗੁਣਾ ਦੇ ਵਿੱਚ ਜਿਹੜੀ ਆਪਣੇ ਆਪ ਫਲੈਕਸੀ ਐਫਡੀ ਬਣ ਜਾਣੀ ਹੈ। 5,000 ਦੇ ਗੁਣਾ ਦਾ ਮਤਲਬ ਇਹ ਹੈ ਕਿ 5,000 ਦੀ ਬਣੇਗੀ ਜਾਂ 10 ਦੀ ਬਣੇਗੀ ਜਾਂ 15 ਦੀ ਬਣੇਗੀ, 7-8 ਦੀ ਜਾਂ 12-13 ਦੀ, 21-22 ਦੀ, ਇਸ ਤਰੀਕੇ ਨਾਲ ਐਫਡੀ ਨਹੀਂ ਬਣੇਗੀ। 5,000, 10,000, 15, 20 ਲੱਖ, 1.5 ਲੱਖ ਯਾਨੀ 5,000 ਦੇ ਗੁਣਾ ਦੇ ਵਿੱਚ ਹੀ ਐਫਡੀ ਬਣੇਗੀ। ਤੇ ਜਦੋਂ ਪੈਸੇ ਤੁਸੀਂ ਕਢਵਾਉਣੇ ਆ ਤੇ ਜਿਹੜੀ ਐਫਡੀ ਆਪਣੇ ਆਪ ਟੁੱਟਣੀ ਹੈ ਉਹ ਵੀ ਉਸੇ ਤਰੀਕੇ ਨਾਲ ਟੁੱਟੇਗੀ 5,000 ਦੇ ਮਲਟੀਪਲਾਈ ਦੇ ਵਿੱਚ। ਐਵੇਂ ਨਹੀਂ ਹੈ ਕਿ 7,000 ਰੁਪਏ ਐਫਡੀ ਤੋਂ ਬਾਹਰ ਆਏਗਾ, ਨਹੀਂ, 5,000 ਹੀ ਆਏਗਾ। 5,000 ਦੇ ਗੁਣਾ 'ਚ ਹੀ ਬਣਨੀ ਹੈ ਤੇ 5,000 ਦੇ ਗੁਣਾ 'ਚ ਹੀ ਐਫਡੀ ਟੁੱਟਣੀ ਹੈ। ਇਸ ਨੂੰ ਆਪਾਂ ਇੱਕ ਉਦਾਹਰਨ ਨਾਲ ਸਮਝਾਂਗੇ ਲਾਸਟ ਦੇ ਵਿੱਚ, ਤਾਂ ਲਾਸਟ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਿਓ। ਤਾਂ ਦੂਸਰੀ ਸ਼ਰਤ ਜਿਸ ਬਾਰੇ ਜਾਣਨਾ ਜ਼ਰੂਰੀ ਹੈ ਉਹ ਹੈ ਕਿ 25,000 ਰੁਪਏ ਘੱਟੋ ਘੱਟ ਬੈਲੈਂਸ ਨਾ ਰੱਖਣ ਤੇ ਪਿੰਡਾਂ ਤੇ ਛੋਟੇ ਕਸਬਿਆਂ ਦੀਆਂ ਬ੍ਰਾਂਚਾਂ ਜਿਨ੍ਹਾਂ ਨੂੰ ਰੂਰਲ ਤੇ ਸੈਮੀ ਅਰਬਨ ਬ੍ਰਾਂਚਾਂ ਕਹਿੰਦੇ ਆ ਉਹਨਾਂ ਵਿੱਚ 150 ਰੁਪਏ ਤਿਮਾਹੀ ਦਾ ਜੁਰਮਾਨਾ, ਤੇ ਸ਼ਹਿਰਾਂ ਦੀਆਂ ਬ੍ਰਾਂਚਾਂ ਜਿਨ੍ਹਾਂ ਨੂੰ ਅਰਬਨ ਤੇ ਮੈਟਰੋ ਬ੍ਰਾਂਚਾਂ ਕਹਿੰਦੇ ਆ ਉਹਨਾਂ ਵਿੱਚ 300 ਰੁਪਏ ਤਿਮਾਹੀ ਦਾ ਜੁਰਮਾਨਾ ਯਾਨੀ 3 ਮਹੀਨਿਆਂ ਦਾ ਜੁਰਮਾਨਾ ਉਹ ਤੁਹਾਨੂੰ ਲੱਗੇਗਾ। ਤਾਂ 25,000 ਰੁਪਏ ਬੈਲੈਂਸ ਰੱਖਣਾ ਇਹ ਬਹੁਤ ਹੀ ਜ਼ਰੂਰੀ ਹੈ ਸਕੀਮ ਦੀ ਜਿਹੜੀ ਸ਼ਰਤ ਹੈਗੀ ਹੈ। ਬੈਲੈਂਸ ਨੂੰ 50,000 ਤੋਂ ਉੱਪਰ ਲੈ ਕੇ ਜਾਣਾ ਜਾਂ ਐਫਡੀ ਬਣਾਉਣੀ ਇਹ ਜ਼ਰੂਰੀ ਨਹੀਂ ਹੈ। 25,000 ਬੈਲੈਂਸ ਜਿਹੜਾ ਰੱਖਣਾ ਉਹ ਜ਼ਰੂਰੀ ਹੈ। ਜਦੋਂ 50,000 ਤੋਂ ਉੱਪਰ ਜਾਏਗਾ ਤਾਂ ਐਫਡੀ ਬਣ ਜਾਏਗੀ, ਅਦਰਵਾਈਜ਼ ਨਹੀਂ ਬਣੇਗੀ। ਤਾਂ 25,000 ਜਿਹੜਾ ਬੈਲੈਂਸ ਰੱਖਣਾ ਇਹ ਸਭ ਤੋਂ ਜ਼ਰੂਰੀ ਸ਼ਰਤ ਹੈ। ਜਦੋਂ ਤੁਸੀਂ ਖਾਤੇ ਵਿੱਚੋਂ ਪੈਸੇ ਕਢਵਾਉਣੇ ਆ ਤਾਂ ਜਿਹੜੀ ਐਫਡੀ ਬਾਅਦ ਵਿੱਚ ਬਣੀ ਹੈ ਉਹ ਪਹਿਲਾਂ ਬੰਦ ਹੋ ਜਾਏਗੀ, ਤਾਂ ਜੋ ਪਹਿਲਾਂ ਜਿਹੜੀ ਐਫਡੀ ਬਣੀ ਹੈ ਉਹ ਆਪਣਾ 46 ਦਿਨ ਦਾ ਜਾਂ 180 ਦਿਨ ਦਾ ਸਮਾਂ ਪੂਰਾ ਕਰੇ ਤੇ ਪੂਰਾ ਵਿਆਜ ਤੁਹਾਨੂੰ ਉਸ ਤੇ ਮਿਲੇ। ਇਸ ਲਈ ਇਹ ਸਕੀਮ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ ਜਿਹੜੀ ਬਾਅਦ ਵਿੱਚ ਐਫਡੀ ਬਣੇਗੀ ਉਹ ਪਹਿਲਾਂ ਬੰਦ ਹੋਏਗੀ, ਜ਼ਰੂਰਤ ਪੈਂਦੀ ਹੈ ਤਾਂ ਪਹਿਲਾਂ ਵਾਲੀ ਐਫਡੀ ਵੀ ਬੰਦ ਹੋ ਜਾਏਗੀ। ਹਰ ਵਾਰ ਫਲੈਕਸੀ ਐਫਡੀ ਬਣਨ ਤੇ ਜਾਂ ਬੰਦ ਹੋਣ ਤੇ ਤੁਹਾਨੂੰ ਮੈਸੇਜ ਆਏਗਾ। ਜ਼ਰੂਰੀ ਨਹੀਂ ਹੈ ਕਿ ਅਗਰ ਤੁਸੀਂ ਨਗਦ ਪੈਸਾ ਜਮ੍ਹਾਂ ਕਰਾਉਂਦੇ ਹੋ ਤਾਂ ਹੀ ਐਫਡੀ ਬਣੇਗੀ, ਤੁਹਾਡੇ ਖਾਤੇ ਵਿੱਚ ਕਿਤੋਂ ਪੈਸਾ ਟ੍ਰਾਂਸਫਰ ਹੋ ਕੇ ਹੁੰਦਾ ਤਾਂ ਵੀ ਐਫਡੀ ਬਣ ਜਾਂਦੀ ਹੈ। ਤਾਂ ਦੋਸਤੋ ਹੁਣ ਪੰਜਾਬ ਐਂਡ ਸਿੰਧ ਬੈਂਕ ਦੀ ਵੈਬਸਾਈਟ ਤੇ ਜਾ ਕੇ ਆਪਾਂ ਇਸ ਸਕੀਮ ਬਾਰੇ ਤੇ ਵਿਆਜ ਦੇ ਰੇਟਾਂ ਬਾਰੇ ਚੈੱਕ ਕਰ ਲੈਂਦੇ ਹਾਂ। ਤਾਂ ਗੂਗਲ ਤੇ ਲਿਖਣਾ ਪੰਜਾਬ ਐਂਡ ਸਿੰਧ ਬੈਂਕ, ਉਸ ਤੋਂ ਬਾਅਦ ਪੰਜਾਬ ਐਂਡ ਸਿੰਧ ਬੈਂਕ ਦੀ ਸਾਈਟ ਖੋਲਣੀ ਹੈ। ਮੇਕ ਸ਼ੋਰ ਕਰਨਾ ਹੈ ਕਿ ਇੱਥੇ HTTPS ਜ਼ਰੂਰ ਲਿਖਿਆ ਹੋਵੇ, ਇਸ ਦਾ ਮਤਲਬ ਹੁੰਦਾ ਸਿਕਿਉਰ। ਤਾਂ ਇਹੀ ਜਿਹੜੀ ਇਹ ਸਹੀ ਸਾਈਟ ਹੁੰਦੀ ਹੈ, ਇਸੇ ਨੂੰ ਤੁਸੀਂ ਖੋਲਣਾ ਹੈ। ਉਸ ਤੋਂ ਬਾਅਦ ਤੁਸੀਂ ਜਾਣਾ ਪ੍ਰੋਡਕਟ ਐਂਡ ਸਰਵਿਸਿਜ਼ ਦੇ ਵਿੱਚ। ਪ੍ਰੋਡਕਟ ਐਂਡ ਸਰਵਿਸਿਜ਼ ਤੇ ਜਾਣ ਤੋਂ ਬਾਅਦ PSB ਟਰਮ ਡਿਪੋਜ਼ਿਟ ਹੈ। ਟਰਮ ਡਿਪੋਜ਼ਿਟ ਦੇ ਵਿੱਚ ਆ ਤੁਸੀਂ ਚੈੱਕ ਕਰ ਸਕਦੇ ਹੋ ਫਲੈਕਸੀ ਸੇਵਿੰਗ ਡਿਪੋਜ਼ਿਟ ਪ੍ਰੋਡਕਟ। ਤਾਂ ਇਸ ਨੂੰ ਆਪਾਂ ਦੇਖਾਂਗੇ। ਤਾਂ ਤੁਸੀਂ ਇਹ ਜਿਹੜੀਆਂ ਆਪਾਂ ਸ਼ਰਤਾਂ ਹੁਣੇ ਦੇਖੀਆਂ ਉਹਨਾਂ ਨੂੰ ਚੈੱਕ ਕਰ ਸਕਦੇ ਹੋ ਕਿ ਮਿਨੀਮਮ ਬੈਲੈਂਸ ਜਿਹੜਾ 25,000 ਰੁਪਏ ਮੇਨਟੇਨ ਕਰਨਾ ਹੈ ਤੇ 50,000 ਤੋਂ ਉੱਪਰ ਜਿਹੜੀ ਐਫਡੀ 5,000 ਦੇ ਮਲਟੀਪਲਾਈ ਦੇ ਵਿੱਚ ਆਏਗੀ। ਨੌਨ ਇੰਡੀਵਿਜੂਅਲ ਯਾਨੀ ਜਿਹੜੇ ਗਰੁੱਪ ਦੇ ਖਾਤੇ ਹੁੰਦੇ ਆ ਉਹਨਾਂ ਲਈ ਇਹ ਰਕਮ ਜਿਹੜੀ 2 ਲੱਖ ਹੈ ਕਿ 2 ਲੱਖ ਤੋਂ ਉੱਪਰ ਦੀ ਐਫਡੀ ਬਣੇਗੀ, ਤੇ ਇੰਡੀਵਿਜੂਅਲ ਜਿਹੜੇ ਆਮ ਲੋਕ ਹੁੰਦੇ ਆ ਉਹਨਾਂ ਲਈ 50,000 ਦੀ ਸਕੀਮ ਹੈ। ਤੇ ਜਿਹੜੇ ਦਿਨ ਹੈਗੇ ਆ 46 ਦਿਨ ਤੋਂ ਲੈ ਕੇ 180 ਦਿਨ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਕਿ 46 ਤੋਂ ਲੈ ਕੇ 180 ਦਿਨਾਂ ਦੇ ਵਿੱਚ ਦੀ ਐਫਡੀ ਬਣੇਗੀ। ਹੈ ਤੁਸੀਂ ਬੈਂਕ ਜਾ ਕੇ ਆਪ ਦੱਸਣਾ ਹੈ ਕਿ ਤੁਸੀਂ 46 ਦਿਨ ਲਈ ਕਰਨੀ ਹੈ, 80 ਦਿਨ ਲਈ ਕਰਨੀ ਹੈ, 90 ਦਿਨ ਲਈ ਕਰਨੀ ਹੈ, ਠੀਕ ਹੈ, ਇਹ ਤੁਸੀਂ ਆਪ ਜਾ ਕੇ ਦੱਸਣਾ ਹੈ। ਉਸ ਤੋਂ ਬਾਅਦ ਜਿਹੜੇ ਚਾਰਜਿਸ ਤੁਸੀਂ ਚੈੱਕ ਕਰ ਸਕਦੇ ਹੋ 150 ਰੁਪਏ ਰੂਰਲ ਤੇ ਸੈਮੀ ਅਰਬਨ ਦੇ, 300 ਰੁਪਏ ਜਿਹੜੇ ਹੈਗੇ ਆ ਅਰਬਨ ਤੇ ਮੈਟਰੋ ਦੇ।
ਤੇ ਰਿਵਰਸ ਸਵੀਪ ਜਾਨੀ ਜਿਹੜੀ ਰਕਮ ਬਾਹਰ ਆਏਗੀ ਪੈਸੇ ਕਢਵਾਉਂਦੇ ਸਮੇਂ ਉਹ ਵੀ 5000 ਦੀ ਮਲਟੀਪਲਾਈ ਦੇ ਵਿੱਚ ਆਏਗੀ। ਤੇ ਇਹ ਸਾਰੀਆਂ ਸ਼ਰਤਾਂ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ, ਪੜ੍ਹ ਸਕਦੇ ਹੋ ਇਹਨਾਂ ਨੂੰ ਸਕਰੀਨ ਨੂੰ ਪੌਜ਼ ਕਰਕੇ। ਉਸ ਤੋਂ ਬਾਅਦ ਆਪਾਂ ਵਿਆਜ ਦੇ ਜਿਹੜੇ ਰੇਟ ਦੇਖਾਂਗੇ। ਵਿਆਜ ਦੇ ਰੇਟ ਦੇਖਣ ਲਈ ਆਪਾਂ ਫਿਰ ਤੋਂ ਪ੍ਰੋਡਕਟ ਐਂਡ ਸਰਵਿਸਿਜ਼ ਦੇ ਵਿੱਚ ਜਾਵਾਂਗੇ। ਉਸ ਤੋਂ ਬਾਅਦ ਇੰਟਰਸਟ ਰੇਟ ਦੇ ਰੱਖਿਆ। ਇੰਟਰਸਟ ਰੇਟ ਦੇ ਵਿੱਚ ਆਪਾਂ ਜਿਹੜਾ ਡਿਪੋਜ਼ਿਟਸ ਤੇ ਆ ਜਾਣਾ ਹੈ। ਡਿਪੋਜ਼ਿਟ ਤੇ ਆਉਣ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਕਿ ਜਿਹੜਾ ਸੇਵਿੰਗ ਖਾਤੇ ਦਾ ਵਿਆਜ ਹੈ 1 ਕਰੋੜ ਤੱਕ ਅਗਰ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੈ ਤਾਂ ਉਸ ਤੇ ਜਿਹੜਾ ਵਿਆਜ ਹੈ 2.80% ਤੁਹਾਨੂੰ ਮਿਲਣਾ ਹੈ। ਉਸ ਤੋਂ ਬਾਅਦ ਆਪਾਂ FD ਦੇ ਰੇਟ ਦੇਖ ਲੈਂਦੇ ਹਾਂ। FD ਦੇ ਰੇਟ ਆਪਣੀ ਜਿਹੜੀ ਫਲੈਕਸੀ ਸਕੀਮ ਹੈ ਉਹ 46 ਦਿਨ ਤੋਂ ਲੈ ਕੇ 180 ਦਿਨ ਤੱਕ ਦੀ ਹੈ। 46 ਦਿਨ ਤੋਂ ਲੈ ਕੇ ਆਹ ਦੇਖ ਸਕਦੇ ਹੋ 180 ਦਿਨ ਤੱਕ। ਤਾਂ 46 ਤੋਂ 90 ਦਿਨ ਦੇ ਅਗਰ FD ਰਹਿੰਦੀ ਹੈ ਤਾਂ ਵਿਆਜ 4.75% ਹੈ। ਯਾਨੀ ਫਲੈਕਸੀ ਅਗਰ FD ਤੁਹਾਡੀ ਹੋ ਜਾਂਦੀ ਹੈ ਤਾਂ 4.75 ਤੁਹਾਨੂੰ ਘੱਟੋ ਘੱਟ ਮਿਲਣਾ ਹੀ ਹੈ। ਉਸ ਤੋਂ ਇਲਾਵਾ 180 ਦਿਨ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਧੋ ਵੱਧ 6.10% ਤੱਕ ਇੱਥੇ ਵਿਆਜ ਹੈਗਾ ਆ, ਤੁਸੀਂ ਚੈੱਕ ਕਰ ਸਕਦੇ ਹੋ। ਉਸ ਤੋਂ ਇਲਾਵਾ 91 ਦਿਨਾਂ ਤੋਂ ਲੈ ਕੇ ਤੇ 179 ਦਿਨਾਂ ਤੱਕ ਜਿਹੜਾ 5.10% ਵਿਆਜ ਹੈ। ਇਹ ਸਾਰੇ ਵਿਆਜ ਦੇ ਰੇਟ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ। ਫਲੈਕਸੀ FD ਤੇ ਤੁਹਾਨੂੰ ਇਹੀ ਬੈਨੀਫਿਟ ਮਿਲਦਾ, ਜਿਹੜਾ ਵਿਆਜ ਤੁਹਾਨੂੰ FD ਵਾਲਾ ਮਿਲ ਜਾਂਦਾ ਤੁਹਾਡੇ ਸੇਵਿੰਗ ਖਾਤੇ ਵਿੱਚ ਹੀ। ਤੁਹਾਡਾ ਨਾਰਮਲ ਲੈਣ ਦੇਣ ਵੀ ਉਸੇ ਤਰੀਕੇ ਨਾਲ ਚੱਲਦਾ ਰਹਿੰਦਾ ਹੈ। ਤੇ ਨੀਚੇ ਆ ਕੇ ਤੁਸੀਂ ਜਿਹੜੀਆਂ FD ਦੀਆਂ ਦੂਸਰੀਆਂ ਸਕੀਮਾਂ ਇਸ ਟਾਈਮ ਸਿੰਧ ਬੈਂਕ ਦੀਆਂ ਚੱਲ ਰਹੀਆਂ ਜਿਨ੍ਹਾਂ ਤੇ ਵਿਆਜ ਤੁਹਾਨੂੰ ਕਾਫੀ ਜ਼ਿਆਦਾ ਮਿਲ ਰਿਹਾ ਹੈ ਉਹ ਦੇਖ ਸਕਦੇ ਹੋ। ਇਹਨਾਂ ਦੇ ਵਿਆਜ ਰੇਟ ਵੀ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ। ਤਾਂ ਉਹ ਇਸ ਪੂਰੀ ਸਕੀਮ ਨੂੰ ਇੱਕ ਉਦਾਹਰਨ ਨਾਲ ਸਮਝਦੇ ਹਾਂ। ਮਿਤੀ 10/1/23 ਨੂੰ ਯਾਨੀ 10 ਜਨਵਰੀ 2023 ਨੂੰ ਤੁਹਾਡੇ ਖਾਤੇ ਦਾ ਜਿਹੜਾ ਬੈਲੈਂਸ ਸੀ ਉਹ ਸੀਗਾ 27000 ਰੁਪਏ। ਤੇ ਇਸੇ ਮਿਤੀ ਨੂੰ ਆ ਕੇ ਤੁਸੀਂ ਆਪਣਾ ਖਾਤਾ ਜਿਹੜਾ ਹੈ ਨਾਰਮਲ ਸੇਵਿੰਗ ਖਾਤੇ ਚੋਂ ਫਲੈਕਸੀ ਸੇਵਿੰਗ ਖਾਤੇ ਵਿੱਚ ਬਦਲ ਲਿਆ ਹੈ। ਤੇ ਆਪਣੇ ਖਾਤੇ ਵਿੱਚ ਤੁਸੀਂ 10 ਜਨਵਰੀ 2023 ਨੂੰ ਹੀ ਲੱਖ ਰੁਪਇਆ ਜਿਹੜਾ ਜਮ੍ਹਾਂ ਕਰਾ ਦਿੱਤਾ ਹੈ। ਹੁਣ ਤੁਹਾਡੇ ਖਾਤੇ ਦਾ ਜਿਹੜਾ ਕੁੱਲ ਬੈਲੈਂਸ ਹੋ ਗਿਆ ਉਹ ਹੋ ਗਿਆ 1,27,000। ਤਾਂ 50,000 ਤੋਂ ਕਿੰਨਾ ਬੈਲੈਂਸ ਜ਼ਿਆਦਾ ਹੋਇਆ? 50,000 ਤੋਂ 77,000 ਰੁਪਇਆ ਤੁਹਾਡੇ ਖਾਤੇ ਵਿੱਚ ਜਿਹੜਾ ਉਹ ਜ਼ਿਆਦਾ ਹੋ ਗਿਆ। ਤਾਂ FD ਹੁਣ 77,000 ਦੀ ਨਹੀਂ ਬਣੇਗੀ ਕਿਉਂਕਿ ਆਪਾਂ ਦੇਖਿਆ ਸੀ ਕਿ FD 5,000 ਦੀ ਗੁਣਾ 'ਚ ਹੀ ਬਣਦੀ ਹੈ। ਤਾਂ FD ਜਿਹੜੀ ਉਹ 75,000 ਦੀ ਬਣੇਗੀ। ਇਹ ਇੱਕ ਨੰਬਰ FD ਹੋ ਜਾਏਗੀ। FD ਬਣਨ ਤੋਂ ਬਾਅਦ ਤੁਹਾਡੇ ਖਾਤੇ ਦਾ ਜਿਹੜਾ ਬੈਲੈਂਸ ਬਚੇਗਾ ਉਹ ਬਚੇਗਾ 52,000। ਤਾਂ 10 ਫਰਵਰੀ 2023 ਨੂੰ ਤੁਸੀਂ ਆਪਣੇ ਖਾਤੇ ਵਿੱਚ ਲੱਖ ਰੁਪਇਆ ਹੋਰ ਜਮ੍ਹਾਂ ਕਰਵਾ ਦਿੱਤਾ। ਤਾਂ ਜਿਹੜਾ 50,000 ਤੋਂ ਤੁਹਾਡੇ ਖਾਤੇ ਵਿੱਚ ਪਹਿਲਾਂ ਹੀ ਰਕਮ ਜ਼ਿਆਦਾ ਸੀਗੀ, 52,000 ਰੁਪਏ ਪਹਿਲਾਂ ਹੀ ਬਚੇ ਹੋਏ ਸੀਗੇ। ਤੇ ਜਿਵੇਂ ਤੁਸੀਂ ਲੱਖ ਰੁਪਇਆ ਜਮ੍ਹਾਂ ਕਰਾਓਗੇ ਪੂਰੇ ਦੇ ਪੂਰੇ ਲੱਖ ਰੁਪਏ ਦੀ ਫਲੈਕਸੀ FD ਨੰਬਰ 2 ਬਣ ਜਾਏਗੀ। ਉਸ ਤੋਂ ਬਾਅਦ 10 ਮਾਰਚ 2023 ਨੂੰ ਤੁਸੀਂ ਆਪਣੇ ਖਾਤੇ ਵਿੱਚੋਂ 50,000 ਰੁਪਏ ਦੀ ਜਿਹੜੀ ਰਕਮ ਉਹ ਕਢਵਾ ਲਈ ਹੈ। ਤਾਂ ਪਹਿਲੀਆਂ 2 ਫਲੈਕਸੀ FDਆਂ ਬਣਨ ਤੋਂ ਬਾਅਦ ਤੁਹਾਡੇ ਖਾਤੇ ਵਿੱਚ 52,000 ਰੁਪਏ ਦੀ ਰਕਮ ਸੀਗੀ, ਉਸ ਵਿੱਚੋਂ ਤੁਸੀਂ ਅੱਜ 50,000 ਰੁਪਏ ਜਿਹੜਾ ਉਹ ਕਢਵਾ ਲਿਆ ਤਾਂ ਤੁਹਾਡੇ ਖਾਤੇ ਵਿੱਚ ਬਚਿਆ 2,000 ਰੁਪਇਆ। ਤਾਂ ਇਹ ਜਿਹੜੀ ਕੰਡੀਸ਼ਨ ਹੈ ਮਿਨੀਮਮ 25,000 ਬੈਲੈਂਸ ਦੀ ਉਹ ਇੱਥੇ ਖਰਾਬ ਹੋ ਗਈ ਹੈ। ਤਾਂ ਜਿਹੜੀ 2 ਨੰਬਰ ਤੇ FD ਬਣੀ ਸੀਗੀ, ਕਿਉਂਕਿ ਆਪਾਂ ਦੇਖਿਆ ਸੀ ਰੂਲ ਕਿ ਜਿਹੜੀ ਬਾਅਦ 'ਚ FD ਬਣੇਗੀ ਉਹ ਪਹਿਲਾਂ ਟੁੱਟੇਗੀ। ਤਾਂ 2 ਨੰਬਰ ਤੇ ਜਿਹੜੀ 1 ਲੱਖ ਰੁਪਏ ਦੀ FD ਬਣੀ ਸੀ ਉਹ ਹੁਣ ਟੁੱਟ ਜਾਏਗੀ ਤੇ 2,000 ਦੇ ਵਿੱਚ ਜਿਹੜੀ ਐਡ ਹੋ ਜਾਏਗੀ ਤਾਂ ਤੁਹਾਡੇ ਖਾਤੇ ਵਿੱਚ 1,02,000 ਰੁਪਇਆ ਵਾਪਸ ਤੋਂ ਹੋ ਜਾਏਗਾ। ਤਾਂ 1,02,000 ਰੁਪਇਆ ਜਿਹੜਾ ਹੋ ਗਿਆ ਹੈ ਇਹ ਫਿਰ 50,000 ਤੋਂ ਜ਼ਿਆਦਾ ਹੈ ਤਾਂ ਉਸੇ 10 ਮਾਰਚ ਨੂੰ ਹੀ ਤੁਹਾਡੀ ਫਿਰ ਤੋਂ 50,000 ਦੀ FD ਬਣ ਜਾਏਗੀ, ਕਿਉਂਕਿ 50,000 ਤੋਂ ਉੱਪਰ ਦੇ ਬੈਲੈਂਸ ਦੀ ਫਿਰ ਤੋਂ FD ਬਣ ਜਾਣੀ ਹੈ। 1,02,000 ਰੁਪਏ FD ਟੁੱਟਣ ਤੋਂ ਬਾਅਦ ਬਣੇ ਸੀ, ਉਸ ਵਿੱਚੋਂ 50,000 ਦੀ ਜਿਹੜੀ FD ਨੰਬਰ 3 ਉਹ ਫਿਰ ਤੋਂ ਬਣ ਜਾਏਗੀ। ਉਸ ਤੋਂ ਬਾਅਦ 10 ਮਈ 2023 ਨੂੰ ਤੁਸੀਂ 1.5 ਲੱਖ ਰੁਪਏ ਜਿਹੜਾ ਫਿਰ ਤੋਂ ਕਢਵਾਉਣਾ ਹੈ। ਤਾਂ ਹੁਣ ਤੁਹਾਡੇ ਖਾਤੇ ਵਿੱਚ ਜਿਹੜੀ 3 ਨੰਬਰ FD ਬਣੀ ਸੀ ਉਸ ਤੋਂ ਬਾਅਦ ਫਿਰ 52,000 ਰੁਪਏ ਬਚਿਆ ਸੀਗਾ। ਤਾਂ 1.5 ਲੱਖ ਕਿੱਥੋਂ ਨਿਕਲੂਗਾ? 1.5 ਲੱਖ ਕਢਵਾਉਣ ਲਈ ਜਿਹੜੀ 3 ਨੰਬਰ FD ਹੈ ਉਹ ਬੰਦ ਹੋ ਜਾਏਗੀ। ਉਹ ਬੰਦ ਹੋ ਕੇ 1,02,000 ਰੁਪਏ ਹੋਊਗਾ। 1.5 ਲੱਖ ਫਿਰ ਵੀ ਨਹੀਂ ਪੂਰਾ ਹੁੰਦਾ ਤਾਂ ਜਿਹੜੀ 1 ਨੰਬਰ FD ਬਣੀ ਸੀ ਉਹ ਵੀ ਆਪਣੇ ਆਪ ਟੁੱਟ ਜਾਏਗੀ। ਤੁਹਾਡਾ 1.5 ਲੱਖ ਬਿਨਾਂ ਕਿਸੇ ਪਰੇਸ਼ਾਨੀ ਦੇ ਨਿਕਲ ਜਾਣਾ ਹੈ। ਸਾਰੀਆਂ FDਆਂ ਹੁਣ ਟੁੱਟ ਗਈਆਂ। ਤੁਹਾਡੇ ਖਾਤੇ ਵਿੱਚ ਜਿਹੜਾ ਬੈਲੈਂਸ ਬਚਿਆ ਉਹ 27,000 ਰੁਪਇਆ। ਇਹ 25,000 ਤੋਂ ਉੱਪਰ ਹੈ ਤਾਂ ਤੁਹਾਨੂੰ ਕੋਈ ਜੁਰਮਾਨਾ ਵੀ ਨਹੀਂ ਪਏਗਾ। ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਖਾਤੇ ਵਿੱਚ ਫਿਰ ਤੋਂ ਰਕਮ ਜਮ੍ਹਾਂ ਕਰਾਓਗੇ, ਜਦੋਂ ਫਿਰ ਬੈਲੈਂਸ 50,000 ਤੋਂ ਵੱਧ ਹੋਊਗਾ ਫਿਰ ਤੋਂ FD ਆਪਣੇ ਆਪ ਬਣ ਜੂਗੀ। ਇਹੀ ਤਰੀਕਾ ਜਿਹੜਾ ਪੂਰੇ ਟਾਈਮ ਇਸ ਵਿੱਚ ਚੱਲਦਾ ਰਹਿਣਾ ਹੈ ਤੇ ਤੁਹਾਨੂੰ ਜਿਹੜਾ ਵਿਆਜ ਵਿੱਚ ਫਾਇਦਾ ਹੁੰਦਾ ਰਹੇਗਾ ਇਸ ਵਿੱਚ। ਤਾਂ ਤੁਸੀਂ ਇਸ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਪਹਿਲੀ FD ਬਣੀ ਸੀ 75,000 ਰੁਪਏ ਦੀ ਉਹ 4 ਮਹੀਨੇ FD ਚੱਲੀ ਹੈ, ਯਾਨੀ 120 ਦਿਨ। ਜੇ ਨਾਰਮਲ ਤੁਹਾਡਾ ਖਾਤਾ ਹੁੰਦਾ ਤਾਂ ਤੁਹਾਨੂੰ ਉਸ ਤੇ 2.80% ਵਿਆਜ ਮਿਲਣਾ ਸੀ। ਹੁਣ 120 ਦਿਨ ਉਹ ਖਾਤੇ ਵਿੱਚ ਰਹੀ ਹੈ ਤੇ ਅਗਰ 120 ਦਿਨ ਲਈ ਤੁਸੀਂ ਆਪਣੀ ਫਲੈਕਸੀ ਅਕਾਊਂਟ ਜਿਹੜਾ ਕਰਵਾਇਆ ਹੋਇਆ ਹੈ ਤਾਂ ਤੁਹਾਨੂੰ ਇਸ ਵਿੱਚ 5.10% ਵਿਆਜ ਮਿਲ ਜਾਣਾ ਸੀ। ਕਿੱਥੇ 2.80%, ਕਿੱਥੇ 5.10%। ਤਾਂ ਇਹੀ ਇਸ ਸਕੀਮ ਦਾ ਫਾਇਦਾ ਹੈ ਜਿਹੜਾ ਤੁਸੀਂ ਇਸ ਵਿੱਚ ਲੈ ਸਕਦੇ ਹੋ। ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ। ਅਗਰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਜਾਣਕਾਰਾਂ ਨਾਲ ਇਸ ਨੂੰ ਸ਼ੇਅਰ ਕਰੋ ਤੇ ਇਸੇ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।